ਆਸਾ ਬਾਤੀ ਸੁਕੀ ਤੇਲ ਨਿਖੂਟਾ। ਮੰਦਲ ਨਾ ਬਾਜੈ ਨਟ ਪੈ ਸੂਤਾ। ਬੁਝ ਗਈ ਅਗਨ ਨਾ ਨਿਕਸ਼ੋ ਧੂਆਂ। ਰਬ ਰਿਹਾ ਏਕ ਅਵਰ ਨਹੀਂ ਦੂਆ। ਰਹਾਉ ਟੂਟੀ ਤੰਤ ਨ ਬਜੈ ਰਬਾਬ। ਭੂਲ ਵਿਗਾਰਿਓ ਆਪਣਾ ਕਾਜ। ਕਥਨੀ ਬਦਨੀ ਕਹਿਨ ਕਹਾਵਨ। ਸਮਝ ਪਰੀ ਤੋ ਬਿਸਰਿਓ ਘਾਵਨ। ਕਹਿਤ ਕਬੀਰ ਪੰਚ ਜੋ ਚੂਰੇ। ਤਿਨ ਤੇ ਨਾਹੀਂ ਪਰਮ ਪਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਸੱਚਮੁੱਚ ਬਾਣੀ ਸਾਡਾ ਗੁਰੂ ਹੈ ਅਤੇ ਗੁਰੂ ਹੀ ਬਾਣੀ ਹੈ। ਪਰ ਜੋ ਕੁਝ ਬਾਣੀ ਕਹਿੰਦੀ ਹੈ, ਜੇ ਅਸੀਂ ਉਹਦੀ ਵਿਚਾਰ ਨਹੀਂ ਕਰਾਂਗੇ, ਸਾਨੂੰ ਜੀਵਨ ਵਿੱਚ ਉਹ ਰੋਸ਼ਨੀ, ਉਹ ਅਗਵਾਈ, ਉਹ ਗਾਈਡਲਾਈਨ ਨਹੀਂ ਪ੍ਰਾਪਤ ਹੋ ਸਕੀ। ਤਾਂ ਹੀ ਧੰਨ ਗੁਰੂ ਅਮਰਦਾਸ ਜੀ ਨੇ ਫਰਮਾਇਆ, ਸਤਿਗੁਰ ਨੂੰ ਸਭ ਕੋ ਵੇਖਦਾ। ਜੇਤਾ ਜਗਤ ਸੰਸਾਰ। ਡਿਠੈ ਮੁਕਤ ਨ ਹੋਵਈ। ਜਿਚਰ ਸ਼ਬਦ ਨ ਕਰੇ ਵਿਚਾਰ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਭਗਤ ਕਬੀਰ ਜੀ ਨੇ ਪ੍ਰਭੂ ਸਿਮਰਨ ਕਰਨ ਵਾਲਿਆਂ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ। ਇੱਕ ਤਬਦੀਲੀ ਹੈ। ਪਹਿਲਾਂ ਕੁਝ ਹੋਰ ਸੀ, ਸਿਮਰਨ ਕਰਨ ਦੇ ਨਾਲ ਕੁਝ ਤਬਦੀਲੀ ਆਈ। ਜਿਵੇਂ ਕੋਈ ਅਨਪੜ੍ਹ ਹੈ, ਉਹਨੂੰ ਪੜ੍ਹਨਾ ਨਹੀਂ ਆਉਂਦਾ ਅਤੇ ਉਸ ਨੂੰ ਅਨਪੜ੍ਹ, ਜਦੋਂ ਪੜ੍ਹ ਜਾਂਦਾ ਫਿਰ ਉਹ ਪੜ੍ਹਿਆ ਲਿਖਿਆ ਹੋ ਜਾਂਦਾ। ਸੱਚਮੁੱਚ ਇਸੇ ਤਰ੍ਹਾਂ ਭਗਤ ਜੀ ਦਾ ਪਿੱਛੇ ਵੀ ਇੱਕ ਸ਼ਬਦ ਆਇਆ, ਜਿਸ ਵਿੱਚ ਭਗਤ ਜੀ ਨੇ ਸਾਨੂੰ ਸਮਝਾਇਆ ਸੀ ਕਿ ਫੀਲ ਰਬਾਬੀ ਬਲਦ ਪਖਾਵਜ। ਕਊਆ ਤਾਲ ਬਜਾਵੇ ਪੈਰ ਚੋਲ ਨਾ ਗਧਾ ਨਾਚੈ। ਪੈਸਾ ਭਗਤ ਕਰਾਵੇ। ਉਸ ਸ਼ਬਦ ਵਿੱਚ ਵੀ ਇਹ ਦੱਸਿਆ ਕਿ ਸਿਮਰਨ ਕਰਨ ਤੋਂ ਪਹਿਲਾਂ ਤੇ ਇਹ ਮਨ ਹੰਕਾਰੀ ਸੀ, ਇਸ ਵਿੱਚ ਸਾਰੇ ਐਬ ਸਨ, ਕਮੀਆਂ ਸਨ। ਪਰ ਜਦੋਂ ਇਹ ਪਰਮਾਤਮਾ ਦੇ ਸਿਮਰਨ ਵਾਲੇ ਪਾਸੇ ਤੁਰ ਪਿਆ, ਫਿਰ ਬਹੁਤ ਵੱਡੀ ਤਬਦੀਲੀ ਆ ਗਈ। ਸਾਰਾ ਕੁਝ ਹੀ ਬਦਲ ਗਿਆ। ਪਹਿਲਾਂ ਵਾਲੀਆਂ ਸਭ ਆਦਤਾਂ ਖਤਮ ਹੋ ਗਈਆਂ। ਜਿਵੇਂ ਬੁੱਲੇ ਸ਼ਾਹ ਜੀ ਦੇ ਮੁਰਸ਼ਿਦ ਨੇ ਇੱਕ ਗੱਲ ਵਿੱਚ ਹੀ ਜਵਾਬ ਦਿੰਦਾ ਸਭ ਘਰ ਪੂਰਾ ਕਰ। ਬੁੱਲਾ ਜੀ ਨੇ ਕਿਹਾ, ਰੱਬ ਜੀ, ਮੇਰੇ ਮੁਰਸ਼ਿਦ ਜੀ, ਮੈਨੂੰ ਦੱਸੋ ਮੈਂ ਕਿਵੇਂ ਖੁਦਾ ਦਾ ਸਿਮਰਨ ਕਰਾਂ, ਮੇਰਾ ਮਨ ਕਿਵੇਂ ਉੱਧਰ ਲੱਗੇ। ਉਹਨਾਂ ਆਖਿਆ, ਬੁੱਲਿਆ, ਰੱਬ ਦਾ ਕੀ ਪਾਵਣਾ, ਇੱਧਰੋਂ ਪਟਣਾ ਤੇ ਇੱਧਰ ਲਾਵਣਾ। ਸੱਚਮੁੱਚ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਇਸ ਸ਼ਬਦ ਵਿੱਚ ਵੀ ਸਮਝਾਇਆ। ਆਖਿਆ, ਬੁਝ ਗਈ ਅਗਨ ਨਾ ਨਿਕਸ਼ੋ ਧੂਆਂ। ਬੁਝ ਗਈ ਅਗਨ। ਅਗਨ ਕੀ ਹੈ? ਇਹ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ, ਇਸ ਅੱਗ ਨੇ ਹੀ ਸਾਨੂੰ ਪਰੇਸ਼ਾਨ ਕੀਤਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ। ਕਿਸੇ ਵਿਰਲੇ ਭਾਗਾਂ ਵਾਲੇ ਦੀ ਇਹ ਅੱਗ ਬੁਝਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ।
कोट जोरे लाख करोरे, मन न होरे परे परे ही कोलुजी। सहस खटे ਲੱਖ ਕੋ ਉੱਠਦਾ ਹੋਵੇ। ਮਨੁੱਖ ਦੀ ਇਹ ਅਵਸਥਾ ਤੇ ਅਸੀਂ ਆਪਣੇ ਆਪ 'ਚ ਟੁਕਾ ਕੇ ਦੇਖ ਸਕਦੇ। ਤਿਪਤ ਨਾ ਆਵੇ ਮਾਇਆ ਪਾਛੇ ਪਾਵੇ, ਜਿੰਨੀ ਆ ਜਾਏ ਉਹਨੂੰ ਤੇ ਪਿੱਛੇ ਪਾ ਦੇ, ਫਿਰ ਹੋਰ ਫਿਰ ਹੋਰ ਫਿਰ। ਪਰ ਜਿਨ੍ਹਾਂ ਵਡਭਾਗੀ ਮਨੁੱਖਾਂ ਦੀ ਇਹ ਤ੍ਰਿਸ਼ਨਾ ਰੂਪੀ ਅੱਗ ਬੁੱਝ ਜਾਂਦੀ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਈਲ ਸੋਏ। ਬੁਝ ਗਈ ਅਗਨ ਨਾ ਨਿਕਸਿਓ ਧੂਆਂ, ਆਖਿਆ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ। ਸਿਮਰਨ ਕਰਨ ਦੇ ਨਾਲ ਇਹ ਅੱਗ ਬੁਝ ਜਾਂਦੀ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਦੋਂ ਪਰਮਾਤਮਾ ਸਰਬ ਸ਼ਕਤੀਵਾਨ, ਸਰਬ ਵਿਆਪਕ, ਸਰਬ ਕਲਾ ਸਮਰੱਥ ਨਜ਼ਰ ਆ, ਪੜ੍ਹ ਦਿੱਤਾ ਰੋਜ਼ ਹਾਂ, ਹੇ ਮਨਾ ਤੂੰ ਕਿਉਂ ਡੋਲਦਾ ਹੈ, ਕਾਹੇ ਰੇ ਮਨ ਚਿਤ ਮੈਂ ਉਦਮ, ਜਾਂ ਆਹਰ ਹਰ ਜਿਉ ਪਰਿਆ, ਸ਼ੈਲ ਪੱਥਰ ਮੈਂ ਜੰਤ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਤੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਹ ਵੱਖ-ਵੱਖ ਸ਼ਬਦਾਂ ਨਾਲ ਸਮਝਾਇਆ। ਆਖਿਆ ਜਿਹੜੇ ਹਰੀ ਦਾ ਸਿਮਰਨ ਕਰਦੇ ਨੇ, ਜਿਹੜੇ ਪਰਮਾਤਮਾ ਉੱਤੇ ਭਰੋਸਾ ਕਰ ਲੈਂਦੇ ਨੇ, ਬੁਝ ਗਈ ਅਗਨ, ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁਝ ਜਾਂਦੀ। ਨਾ ਨਿਕਸਿਓ ਧੂਆਂ, ਫਿਰ ਉਹਨਾਂ ਦੇ ਅੰਦਰ ਇਹ ਜਿਹੜੀਆਂ ਵਾਸ਼ਨਾਵਾਂ ਰੂਪੀ ਧੂਆਂ ਹੈ ਵੀ ਬੁਝ ਜਾਂਦਾ। ਜਦੋਂ ਅੱਗ ਹੀ ਬੁਝ ਗਈ ਤੇ ਧੂਆਂ ਕਿੱਥੋਂ ਪੈਦਾ ਹੋਵੇ। ਭਾਵ ਇਹਨਾਂ ਪਦਾਰਥਾਂ ਦੀ, ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ ਤੇ ਹੁਣ ਵਾਸ਼ਨਾਵਾਂ ਰੂਪੀ ਧੂਆਂ ਵੀ ਖਤਮ ਹੋ ਗਿਆ। ਰੱਬ ਰਿਹਾ ਏਕ ਅਵਰ ਨਹੀਂ ਦੂਆ। ਹੁਣ ਪਰਮਾਤਮਾ ਸਭ ਜਗ੍ਹਾ ਤੇ ਵਿਆਪਕ ਨਜ਼ਰ ਆਉਣ ਲੱਗ ਪਈ। ਅਵਰ ਨਹੀਂ ਦੂਆ, ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਬਾਤੀ ਸੂਕੀ ਤੇਲ ਨਖੂਟਾ। ਦੇਖੋ ਉਸ ਔਖੀ ਗੱਲ ਨੂੰ ਹੋਰ ਸੌਖਾ ਕਰਕੇ ਸਮਝਾਉਂਦੇ। ਜਿਵੇਂ ਦੀਵੇ ਵਿੱਚੋਂ ਤੇਲ ਮੁੱਕ ਜਾਏ, ਨਖੁੱਟ ਜਾਏ, ਖਤਮ ਹੋ ਜਾਏ, ਤੇ ਜਿਹੜੀ ਬਾਤੀ ਹੈ ਜਿਹਦੇ ਕਰਕੇ ਇਹ ਸਭ ਦੌੜ ਭੱਜ ਹੋ ਰਹੀ ਹੈ, ਉਹ ਬੱਤੀ ਵੀ ਬੁੱਝ ਜਾਏਗੀ। ਜਦੋਂ ਸਵਾਸਾਂ ਰੂਪੀ ਤੇਲ ਮੁੱਕ ਗਿਆ ਤੇ ਬੱਤੀ ਵੀ ਬੁੱਝ ਜਾਏਗੀ। ਇੱਕ ਪ੍ਰਮਾਣ ਹੈ, ਔਰ ਐਸਾ ਪ੍ਰਮਾਣ ਹੈ ਜਿਹੜਾ ਸਾਡੇ ਜੀਵਨ ਵਿੱਚ ਆਮ ਤੌਰ 'ਤੇ ਵਰਤਿਆ। ਪਹਿਲਾਂ ਅਸੀਂ ਤੇਲ ਦੇ ਦੀਵੇ ਜਗਾਉਂਦੇ ਸਾਂ, ਸਾਰੀ ਰਾਤ ਦੀਵਾ ਜਗਦਾ ਰਹਿੰਦਾ, ਟਿਮਟਿਮਾਉਂਦਾ ਰਹਿੰਦਾ। ਜਦੋਂ ਤੇਲ ਮੁੱਕ ਜਾਂਦਾ, ਆਖਰ ਬੱਤੀ ਜਿਹੜੀ ਸੀ ਸੁੱਕ ਜਾਂਦੀ ਤੇ ਬੁੱਝ ਜਾਂਦੀ। ਕਹਿੰਦੇ ਇਸੇ ਤਰ੍ਹਾਂ ਯਤਨ ਕਰਦੇ ਹਾਂ, ਸਹਿਜੇ ਸਹਿਜੇ ਪਰਮਾਤਮਾ ਦਾ ਸਿਮਰਨ ਕਰਕੇ, ਸਤ ਸੰਗਤ ਕਰਕੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਬਾਤੀ ਸੂਕੀ ਤੇਲ ਨਖੂਟਾ। ਜਦੋਂ ਅੰਦਰੋਂ ਸਵਾਸਾਂ ਰੂਪੀ ਤੇਲ ਮੁੱਕ ਗਿਆ ਤੇ ਇਹ ਜਿਹੜੀ ਵਾਸ਼ਨਾ ਰੂਪੀ ਬੱਤੀ ਸੀ ਸੁੱਕ ਗਈ। ਮੰਦਲ ਨਾ ਬਾਜੈ ਨਟ ਪੈ ਸੂਤਾ।
ਇਹ ਜਿਹੜਾ ਮਨ ਨੱਟ ਵਾਂਗੂ ਬਾਜ਼ੀਆਂ ਪਾਉਂਦਾ ਸੀ, ਚੰਚਲਤਾਈ ਵਿੱਚ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦਾ ਸੀ, ਹੁਣ ਉਹ ਢੋਲ ਹੀ ਬੰਦ ਹੋ ਗਿਆ ਹੈ। ਮਾਇਆ ਦੀ ਤ੍ਰਿਸ਼ਨਾ ਹੀ ਬੁੱਝ ਗਈ ਹੈ। ਹੁਣ ਉਹ ਖਿੱਚ ਧੂ ਖਤਮ ਹੋ ਗਈ ਤੇ ਨੱਟ ਪੈ ਸੁੱਤਾ। ਇਹ ਮਨ ਜਿਹੜਾ ਸ਼ਾਂਤ ਹੋ ਗਿਆ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਇਹ ਗੁਰੂ ਦੀ ਕਿਰਪਾ ਨਾਲ ਐਸਾ ਹੋ ਜਾਂਦਾ। ਕਦੋਂ? ਜਦੋਂ ਗੁਰੂ ਦੇ ਦੱਸੇ ਰਾਹ 'ਤੇ ਚੱਲ ਪਈ, ਫਿਰ ਯਕੀਨ ਆ ਜਾਂਦਾ ਕਿ ਜਿਹੜਾ ਪਰਮਾਤਮਾ ਹੈ ਉਸ ਨੇ ਸਾਡੀ ਪਰਾਰਬਧ ਸਾਡੇ ਮੱਥੇ 'ਤੇ ਲਿਖੀ। ਬਾਣੀ ਗੁਰੂ ਜੀ ਸਾਨੂੰ ਬਾਰ-ਬਾਰ ਸਮਝਾਉਂਦੇ, ਪਹਿਲੋਂ ਦੇ ਤੈਂ ਰਿਜ਼ਕ ਸਵਾਹ, ਪਿੱਛੋਂ ਦੇ ਤੈਂ ਜੰਤ ਉਪਾਹ। ਤੁਲਸੀਦਾਸ ਜੀ ਨੇ ਵੀ ਬੜਾ ਪਿਆਰਾ ਬੋਲ ਕੇ, ਪਹਿਲੇ ਬਣੀ ਪਰਾਰਬਧ, ਪਾਛੇ ਬਣਾ ਸਰੀਰ। ਤੁਲਸੀ ਅਚਰਜ ਏਕ ਹੈ, ਮਨ ਨਹੀਂ ਬਾਂਧੈ ਧੀਰ। ਪਰ ਜਦੋਂ ਗੁਰੂ ਦੀ ਕਿਰਪਾ ਹੋ ਗਈ, ਇਹ ਜਿਹੜਾ ਤੇਲ ਸੀ ਇਹ ਮੁੱਕ ਗਿਆ। ਤ੍ਰਿਸ਼ਨਾ ਰੂਪੀ ਤੇਲ ਖਤਮ, ਵਾਸ਼ਨਾਵਾਂ ਰੂਪੀ ਬੱਤੀ ਸੁੱਕ ਗਈ ਤੇ ਹੁਣ ਉਹ ਮਾਇਆ ਦਾ ਢੋਲ ਬਾਜਾ ਵੱਜਦਾ ਹੀ ਨਹੀਂ ਤੇ ਮਨ ਰੂਪੀ ਨੱਟ ਜਿਹੜਾ ਹੁਣ ਉਹੋ ਜਿਹੀਆਂ ਛਾਲਾਂ ਮਾਰਦਾ ਹੀ ਨਹੀਂ, ਇਹ ਟਿਕ ਗਿਆ। ਬਾਤੀ ਸੂਕੀ ਤੇਲ ਨਖੂਟਾ, ਮੰਦਲ ਨਾ ਬਾਜੈ ਨੱਟ ਪੈ ਸੂਤਾ। ਹੁਣ ਉਹ ਢੋਲ ਵੱਜਣਾ ਹੀ ਖਤਮ ਹੋ ਗਿਆ ਤੇ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ, ਵਾਸ਼ਨਾਵਾਂ ਰੂਪੀ ਧੂਆਂ ਵੀ ਖਤਮ ਹੋ ਗਈ ਤੇ ਨਿਸ਼ਚਾ ਹੋ ਗਿਆ ਕਿ ਉਹ ਪਰਮਾਤਮਾ ਇੱਕ ਹੈ, ਸਭ ਜਗ੍ਹਾ ਵਿਆਪਕ। ਉਹਦੇ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ। ਬੁਝ ਗਈ ਅਗਨ ਨਾ ਨਿਕਸਿਓ ਧੂਆਂ, ਰਵ ਰਿਹਾ ਏਕ ਅਵਰ ਨਹੀਂ ਦੂਆ। ਰਹਾਓ ਟੂਟੀ ਤੰਤ ਨਾ ਬਜੈ ਰਬਾਬ। ਰਬਾਬ ਇੱਕ ਤੰਤੀ ਸਾਜ਼ ਹੈ। ਬਾਬਾ ਨਾਨਕ ਜੀ ਨਾਲ ਵੀ ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ, ਉਹਨਾਂ ਨੂੰ ਰਬਾਬੀ ਕਿਹਾ ਜਾਂਦਾ। ਇੱਕ ਮਿਸਾਲ ਦਿੱਤੀ, ਜਿਵੇਂ ਉਹ ਸਰੰਗੀ ਦੀ ਰਬਾਬ ਦੀ ਤਾਰ ਟੁੱਟ ਜਾਏ ਤੇ ਫਿਰ ਉਹਦੇ 'ਚੋਂ ਆਵਾਜ਼ ਨਹੀਂ ਨਿਕਲਦੀ, ਇਸੇ ਤਰ੍ਹਾਂ ਜਦੋਂ ਮਨੁੱਖ ਦੇ ਅੰਦਰੋਂ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਇਹ ਪਦਾਰਥਾਂ ਦੀ ਜਿਹੜੀ ਰਬਾਬ ਹੈ ਇਹ ਵੱਜਣੋਂ ਬੰਦ ਹੋ ਜਾਂਦੀ। ਇਹ ਨਿਸ਼ਚਾ ਹੋ ਜਾਂਦਾ ਹੈ ਕਿ ਮੇਰੇ ਪਰਮਾਤਮਾ ਨੇ ਜੋ ਕੁਝ ਮੇਰੀ ਪਰਾਲਬਧ ਵਿੱਚ ਦਿੱਤਾ ਉਹ ਸਭ ਮਿਲ ਜਾਣਾ, ਔਰ ਮਿਲਦਾ ਹੈ। ਅਸੀਂ ਸਮੇਂ ਦੀ ਉਡੀਕ ਨਹੀਂ ਕਰਦੇ, ਸਮੇਂ ਤੋਂ ਪਹਿਲਾਂ ਲੋੜ ਤੋਂ ਵੱਧ ਮੰਗਣ ਲੱਗ ਪੈਂਦੇ। ਪਰ ਗੁਰੂ ਸ਼ਬਦ ਦੀ ਵਿਚਾਰ ਕਰਨ ਨਾਲ, ਪਰਮਾਤਮਾ ਦੇ ਸਿਮਰਨ ਕਰਨ ਨਾਲ ਟੂਟੀ ਤੰਤ ਨਾ ਵਜੈ ਰਬਾਬ। ਭੂਲ ਬਿਗਾਰਿਓ ਆਪਣਾ ਕਾਜ। ਅਸੀਂ ਆਪਣੀ ਭੁੱਲ ਕਰਕੇ ਆਪਣੇ ਜੀਵਨ ਦੀ ਸਫਲਤਾ ਦਾ ਕਾਰਜ ਵਿਗਾੜ ਬੈਠੇ, ਕਿਉਂਕਿ ਸਾਨੂੰ ਇਹ ਭਰੋਸਾ ਨਹੀਂ ਰਿਹਾ। ਮਹਾਰਾਜ ਤੇ ਬਾਣੀ ਵਿੱਚ ਕਹਿੰਦੇ ਨੇ, ਪ੍ਰਤਪਾਲ ਮਾਤਾ ਉਦਰ ਰੱਖੈ, ਲਗਨ ਦੇ ਤਨ ਸੇਕ। ਸੋਈ ਸੁਆਮੀ यहाँ ਰੱਖੈ, ਬੂਝ ਬੁੱਧ ਵਿਵੇਕ। ਮੇਰੇ ਮਨ ਨਾਮ ਕੀ ਕਰ ਟੇਕ, ਤਿਸੈ ਬੂਝ ਜਿਨ ਤੂੰ ਕੀਆ। ਪ੍ਰਭ ਕਰਨ ਕਾਰਨ ਏਕ। ਬਸ ਜਿਸ ਦਿਨ ਗੁਰੂ ਸ਼ਬਦ ਦੁਆਰਾ ਇਹ ਸਮਝ ਆ ਗਈ, ਫਿਰ ਟੂਟੀ ਤੰਤ ਨਾ ਬਜੈ ਰਬਾਬ। ਫਿਰ ਇਹ ਜਿਹੜੀ ਮਾਇਆ ਦੀ ਦੌੜ ਭੱਜ ਹੈ ਇਹ ਖਤਮ ਹੋ ਜਾਏ, ਇਹ ਸ਼ਾਂਤ ਹੋ ਜਾਏ। ਪਰ ਅਸੀਂ ਭੂਲ ਬਿਗਾਰਿਓ ਆਪਣਾ ਕਾਜ। ਭੂਲ ਦੇ ਲੱਲੇ ਨੂੰ ਸਿਆਰੀ ਭੁੱਲ ਕੇ, ਇਸ ਭਰੋਸੇ ਤੋਂ ਟੁੱਟ ਕੇ ਅਸੀਂ ਆਪਣਾ ਕਾਜ ਆਪ ਵਿਗਾੜੇ।
ਪਰ ਭਗਤ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਏ, ਪਰਮਾਤਮਾ ਨਾਲ ਸਾਂਝ ਬਣ ਜਾਏ, ਪਰਮਾਤਮਾ ਤੇ ਭਰੋਸਾ ਜਾਗ ਪਵੇ, ਫਿਰ ਬਾਤੀ ਸੂਕੀ ਤੇਲ ਨਿਖੂਟਾ, ਮੰਦਲ ਨਾ ਬਾਜੈ ਨਟ ਪੈ ਸੂਤਾ। ਬੁਝ ਗਈ ਅਗਨ ਨਾ ਨਿਕਸ਼ੋ ਧੂਆਂ, ਰਬ ਰਿਹਾ ਏਕ ਅਵਰ ਨਹੀਂ ਧੂਆ ਰਹਾਓ। ਟੂਟੀ ਤੰਤ ਨ ਬਜੈ ਰਬਾਬ, ਭੂਲ ਬਿਗਾਰਿਓ ਆਪਣਾ ਕਾਜ। ਬਸ ਫਿਰ ਕੀ ਹੋਵੇ, ਕਥਨੀ ਬਜਨੀ ਕਹਿਣ ਕਹਾਵਨ। ਆਮ ਤੌਰ 'ਤੇ ਦੇਖਣ ਵਿੱਚ ਆਇਆ ਕਿ ਅਸੀਂ ਬਹੁਤ ਗੱਲਾਂ ਕਰਦੇ ਹਾਂ, ਮੂੰਹ ਤੋਂ ਬੜੇ ਬੋਲ ਬੋਲਦੇ ਹਾਂ, ਕਹਿੰਦੇ ਹਾਂ, ਕਹਾਉਂਦੇ ਹਾਂ, ਸੁਣਦੇ ਹਾਂ, ਸੁਣਾਉਂਦੇ ਹਾਂ, ਬੜਾ ਇਸ ਪਾਸ। ਕਹਿੰਦੇ ਜਦੋਂ ਕਿਰਪਾ ਹੋ ਜਾਂਦੀ, ਸਮਝ ਆ ਜਾਂਦੀ, ਤਾਂ ਫਿਰ ਇਹ ਸਾਰੀ ਕਿਰਿਆ ਖਤਮ ਹੋ ਜਾਂਦੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਫਿਰ ਜਿਹੜੀ ਮਾਇਆ ਦੀ ਦੌੜ ਭੱਜ ਹੈ ਨਾ, ਇਹ ਸ਼ਾਂਤ ਹੋ ਜਾਣਾ। ਇਹਦਾ ਇਹ ਮਤਲਬ ਨਹੀਂ ਵੀ ਉਹ ਕਿਰਤ ਨਹੀਂ ਕਰਦਾ, ਕਿਰਤ ਕਰਦਾ। ਭਗਤ ਨਾਮਦੇਵ ਜੀ ਨੂੰ ਤਰਲੋਚਨ ਜੀ ਨੇ ਕਿਹਾ ਸੀ, ਨਾਮਦੇਵ ਜੀ ਜਦੋਂ ਮੈਂ ਉਹਨਾਂ ਤੁਸੀਂ ਕੱਪੜੇ ਛੇਪਦੇ ਰਹਿੰਦੇ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨ ਲਾਵੋ ਚੀਤ। ਤੇ ਅੱਗੋਂ ਨਾਮਦੇਵ ਜੀ ਨੇ ਕੀ ਉੱਤਰ ਦਿੱਤਾ, ਨਾਮਾ ਕਹਿ ਤਿਲੋਚਨਾ, ਮੁਖ ਤੇ ਨਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਆਖਿਆ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਨੇ, ਇਹ ਜਿਹੜੀਆਂ ਚਤੁਰਾਈਆਂ ਨੇ, ਚਲਾਕੀਆਂ ਨੇ, ਇਹ ਖਤਮ ਹੋ ਜਾਣ। ਕਥਨੀ ਬਜਨੀ ਕਹਿਣ ਕਹਾਵਨ, ਸਮਝ ਪਰੀ ਤਉ ਬਿਸਰਿਓ ਗਾਵਨ। ਫਿਰ ਇਹ ਮਾਇਆ ਦੀਆਂ ਗੱਲਾਂ, ਇਹ ਮਾਇਆ ਦੇ ਝੇੜੇ ਮੁੱਕ ਜਾਂਦੇ ਹਨ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਆਖਿਆ ਜਿਸ ਦਿਨ ਮਨ ਨੂੰ ਤਸੱਲੀ ਹੋ ਗਈ, ਜਿਸ ਦਿਨ ਮਨ ਦਾ ਵਿਸ਼ਵਾਸ ਪੱਕਾ ਹੋ ਗਿਆ ਪਰਮਾਤਮਾ, ਕਥਨੀ ਬਜਨੀ ਕਹਿਣ ਕਹਾਵਨ, ਸਮਝ ਪਰੀ ਤੋ ਬਿਸਰਿਓ ਗਾਵਨ। ਗੱਲ ਕੀ ਭਗਤ ਜੀ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਮਿਸਾਲਾਂ ਦੇ ਕੇ ਤੇਲ ਦੀ ਦੀਵੇ ਦੀ ਮਿਸਾਲ ਦਿੱਤੀ, ਫਿਰ ਰਬਾਬ ਦੀ ਮਿਸਾਲ ਦਿੱਤੀ, ਫਿਰ ਇਹ ਬਾਹਰਲੀਆਂ ਗੱਲਾਂ ਬਾਤਾਂ ਤੇ ਚਤੁਰਾਈਆਂ ਦੀ ਮਿਸਾਲ ਦਿੱਤੀ, ਤੇ ਅਖੀਰ ਵਿੱਚ ਨਿਚੋੜ ਇਹ ਕੱਢਿਆ, ਕਹਿਤ ਕਬੀਰ ਪੰਚ ਜੋ ਚੂਰੇ। ਕਬੀਰ ਜੀ ਫਰਮਾਉਂਦੇ ਹਨ, ਜਿਹੜਾ ਇਹਨਾਂ ਪੰਜਾਂ ਨੂੰ ਚੂਰ ਲਵੇ, ਭਾਵ ਖਤਮ ਕਰ ਲਵੇ, ਇਹਨਾਂ ਨੂੰ ਦਬਾ ਲਵੇ, ਇਹਨਾਂ ਤੇ ਕਾਬੂ ਪਾ ਲਵੇ, ਇਹਨਾਂ ਤੇ ਵਸੀਕਰਨ ਕਰ ਲਵੇ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ, ਜਿਹੜਾ ਇਹਨਾਂ ਪੰਜਾਂ ਨੂੰ ਕਾਬੂ ਕਰ ਲਵੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਸਮਝਾਇਆ, ਪੰਚ ਮਨਾਏ ਪੰਚ ਰੁਸਾਏ, ਪੰਚ ਵਸਾਏ ਪੰਚ ਗਵਾਏ। ਇਨ ਬਿਦ ਨਗਰ ਉਠਾ ਮੇਰੇ ਭਾਈ। ਆਖਿਆ ਇਹ ਨਗਰ ਤਾਂ ਆਬਾਦ ਹੁੰਦਾ, ਇਹਦੇ ਵਿੱਚ ਦੈਵੀ ਗੁਣ ਤਾਂ ਆ ਕੇ ਵਸਦੇ ਹਨ ਜਦੋਂ ਮਨੁੱਖ ਇਹਨਾਂ ਪੰਜਾਂ ਨੂੰ ਕਾਬੂ ਕਰ ਲਵੇ। ਪੰਜਾਂ ਨੂੰ ਮਨਾਉਣਾ ਪੈਂਦਾ ਤੇ ਪੰਜਾਂ ਨੂੰ ਰਸਾਉਣਾ ਪੈਂਦਾ। ਇਹ ਸਤ ਸੰਤੋਖ ਦਇਆ ਧਰਮ ਧੀਰਜ ਮਨਾਉਣੇ ਪੈਂਦੇ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਰਸਾਉਣਾ ਪੈਂਦਾ, ਪੰਜਾਂ ਨੂੰ ਆਪਣੇ ਅੰਦਰ ਵਸਾਉਣਾ ਪੈਂਦਾ, ਪੰਜਾਂ ਨੂੰ ਆਪਣੇ ਅੰਦਰੋਂ ਗਵਾਉਣਾ ਪੈਂਦਾ। ਇਨ ਬਿਦ ਨਗਰ ਉਠਾ ਮੇਰੇ ਭਾਈ। ਤੋ ਭਗਤ ਕਬੀਰ ਜੀ ਨੇ ਨਿਚੋੜ ਕਰ ਦਿੱਤਾ, ਕਹਿੰਦੇ ਕਹਿਤ ਕਬੀਰ
ਪੰਚ ਜੋ ਚੂਰੇ, ਜਿਹੜਾ ਭਾਈ ਇਹਨਾਂ ਪੰਜਾਂ ਨੂੰ ਚੂਰਨ ਕਰ ਲਵੇ, ਨਾਸ਼ ਕਰ ਦੇਵੇ, ਮਾਰ ਲਵੇ, ਕਾਬੂ ਕਰ ਲਵੇ। ਤਿੰਨ ਤੇ ਨਾਹੀ ਪਰਮ ਪਦ ਦੂਰੇ, ਉਹਨਾਂ ਭਾਗਸ਼ਾਲੀ ਮਨੁੱਖਾਂ ਤੋਂ ਉਹ ਪਰਮ ਪਦ ਜਿਹੜਾ ਉਹ ਦੂਰ ਨਹੀਂ ਰਹਿੰਦਾ। ਭਾਵ ਉਹ ਉੱਚੀ ਪਦਵੀ ਦੇ ਮਾਲਕ ਬਣ ਜਾਂਦੇ ਹਨ, ਕਿਉਂਕਿ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਰੂਪੀ ਅੱਗ ਬੁਝ ਜਾਂਦੀ। ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੇ ਪਰਮ ਪਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।